ਰਿਸ਼ਵਤਖੋਰੀ ਤੇ ਘਪਲੇਬਾਜ਼ੀ ਬਹੁਤ ਵੱਡਾ ਮੁੱਦਾ ਆ, ਪਰ ਇਸ ਦਾ ਮਾੜਾ ਅਸਰ ਜਿਹੜਾ ਆ ਉਹ ਦੇਸ਼ ਦੇ ਉੱਤੇ ਵੀ ਪੈਂਦਾ ਆ, ਆਮ ਇਨਸਾਨਾਂ ਦੇ ਉੱਤੇ ਪੈਂਦਾ ਆ, ਸਮਾਜ ਦੇ ਉੱਤੇ ਪੈਂਦਾ ਆ। ਤੇ ਦੂਸਰਾ ਮਾਮਲਾ ਸ਼ਰਾਬ ਜਿਹੜੀ ਨਕਲੀ ਆ ਉਸ ਦੇ ਨਾਲ ਮੌਤਾਂ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਨੇ ਦੇਸ਼ ਦੇ ਵਿੱਚ। ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਕਰਦੇ ਆ ਗੱਲਬਾਤ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਤੇ ਮੈਂ ਆ ਕਮਲਜੀਤ ਸਿੱਧੂ। ਸਮਾਜ ਸਾਫ ਸੁਥਰਾ ਹੋਣਾ ਚਾਹੀਦਾ ਹੈ, ਸਮਾਜ ਦੇ ਲੋਕ ਵਧੀਆ ਹੋਣੇ ਚਾਹੀਦੇ ਆ ਤੇ ਵਧੀਆ ਸਮਾਜ ਦੇ ਵਿੱਚ ਜਿਹੜੀ ਆ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਹੁਣ ਦੇ ਸਮਾਜ ਦੀ ਅਗਰ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਜਿਹੜੀ ਇਮਾਨਦਾਰੀ ਹੈ ਉਹ ਕਿਤੇ ਖੰਭ ਲਾ ਕੇ ਉੱਡ ਗਈ ਹੈ। ਅੱਜ ਜਿਹੜਾ ਸਭ ਤੋਂ ਮਾੜਾ ਪੱਖ ਅਗਰ ਦੇਖ ਲਿਆ ਜਾਵੇ ਤਾਂ ਉਹ ਇਹੀ ਹੈ ਕਿ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਘੁਟਾਲੇ ਹੋ ਰਹੇ ਆ, ਘਪਲੇ ਜਾਣੀ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਆ ਹੈ ਨਾ। ਅਤੇ ਇਸ ਤੋਂ ਇਲਾਵਾ ਜਿਹੜਾ ਆ ਰਿਸ਼ਵਤਖੋਰੀ ਇੰਨੀ ਕੁ ਵਧੀ ਹੋਈ ਹੈ ਕਿ ਤੁਸੀਂ ਕਿਸੇ ਵੀ ਅਦਾਰੇ ਵਿੱਚ ਚਲੇ ਜਾਓ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਪੈਸਾ ਤੁਹਾਡੇ ਕੋਲੋਂ ਜ਼ਰੂਰ ਉਗਰਾਇਆ ਜਾ ਰਿਹਾ ਆ। ਯਾਨੀ ਕਿ ਕਿਸੇ ਅਦਾਰੇ ਵਿੱਚ ਅਗਰ ਜਾਂਦੇ ਆ ਨਾ ਕੰਮ ਕਰਾਉਣ ਦੇ ਬਦਲੇ ਕੋਈ ਵੀ ਇੱਧਰ ਉੱਧਰ ਜਿਹੜੀ ਆ ਕਿ ਤੁਸੀਂ ਇਹ ਸੋਚੋ ਕਿ ਤੁਹਾਡੀ ਬਹੁਤ ਜ਼ਿਆਦਾ ਉੱਥੇ ਜਿਹੜੀ ਆ ਆਪਾਂ ਆਮ ਪੰਜਾਬੀ ਜ਼ੁਬਾਨ 'ਚ ਕਹਿ ਦਿੰਦੇ ਵੀ ਭਕਾਈ ਨਾ ਹੋਵੇ, ਉਸ ਤੋਂ ਬਚਣ ਦੀ ਖਾਤਰ ਅਸੀਂ ਕਰਦੇ ਹਾਂ ਕਿ ਚੱਲ ਕੋਈ ਨਹੀਂ ਅਸੀਂ ਵੀ ਕਰ ਦਿੰਦੇ ਹਾਂ। ਰਿਸ਼ਵਤ ਦਿੰਦੇ ਵੀ ਹਾਂ ਅਤੇ ਬਹੁਤੀ ਜਗ੍ਹਾ ਰਿਸ਼ਵਤ ਲਈ ਜਾਂਦੀ ਹੈਗੀ ਆ। ਅਸੀਂ ਕੰਮ ਕਰਾਉਣ ਬਦਲੇ ਦਿੰਦੇ ਹਾਂ ਰਿਸ਼ਵਤ। ਸਾਨੂੰ ਇਹ ਹੁੰਦਾ ਵੀ ਅਸੀਂ ਖੇਚਲ ਤੋਂ ਬਚ ਜਾਈਏ, ਸਾਡੇ ਜਿਹੜੀ ਆ ਵਾਰ-ਵਾਰ ਉੱਥੇ ਜਾ ਕੇ ਜਿਹੜਾ ਟਾਈਮ ਬਰਬਾਦ ਨਾ ਹੋਵੇ, ਉਹਨਾਂ ਚੀਜ਼ਾਂ ਤੋਂ ਅਸੀਂ ਚਾਲੂ ਹੋ ਜਾਂਦੇ ਹਾਂ। ਪਰ ਜੋ ਇਹ ਹਾਲਾਤ ਬਣੇ ਹੋਏ ਆ ਕਿ ਪੰਜਾਬ ਦੇ ਵਿੱਚ ਆਪਾਂ ਜੇ ਇੱਕ ਨਜ਼ਰ ਮਾਰੀ ਜਾਵੇ ਤਾਂ ਕੁਝ ਨੌਕਰਸ਼ਾਹਾਂ, ਪੁਲਿਸ ਮੁਲਾਜ਼ਮਾਂ, ਸਿਆਸਤਦਾਨਾਂ ਅਤੇ ਹੋਰ ਵਿਭਾਗਾਂ ਦੇ ਅਫਸਰਾਂ ਅਤੇ ਕਰਮਚਾਰੀਆਂ ਸਮੇਤ ਕਈ ਠੇਕੇਦਾਰਾਂ ਅਤੇ ਕਰਿੰਦਿਆਂ ਦੁਆਰਾ ਕੀਤੇ ਘਪਲੇ ਅਤੇ ਰਿਸ਼ਵਤਖੋਰੀ ਸਾਹਮਣੇ ਆਉਣ ਅਤੇ ਜੇਲ੍ਹਾਂ ਵਿੱਚ ਜਾਣ ਦੀਆਂ ਖਬਰਾਂ ਨੇ ਲੋਕਾਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਨੇ। ਹੁਣ ਵੱਖ-ਵੱਖ ਮਹਿਕਮਿਆਂ ਵਿੱਚ ਭਾਵੇਂ ਥੋੜ੍ਹੇ ਲੋਕਾਂ ਨੇ ਮਾੜੇ ਕਰਮ ਕੀਤੇ ਹੋਣ, ਪਰ ਇਹਨਾਂ ਕਰਕੇ ਬਦਨਾਮੀ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਹੁੰਦੀ ਹੈ। ਆਪਣੀ ਡਿਊਟੀ ਨਿਭਾਉਣ ਦੌਰਾਨ ਭ੍ਰਿਸ਼ਟਾਚਾਰੀਆਂ ਵੱਲੋਂ ਇਕੱਠਾ ਕੀਤਾ ਗਿਆ ਧਨ, ਸੋਨਾ ਤੇ ਆਮਦਨ ਦੇ ਜਿਹੜੇ ਆ ਗਿਆਤ ਸਰੋਤਾਂ ਦੇ ਅਨੁਪਾਤ ਤੇ ਹੱਦੋਂ ਵੱਧ ਉਪਜਾਈ ਜਾਇਦਾਦ, ਜ਼ਮੀਨ, ਫਾਰਮ ਹਾਊਸਾਂ, ਹੋਟਲਾਂ, ਮਾਲਾਂ ਤੇ ਹੋਰ ਅਣਗਿਣਤ ਢੰਗਾਂ ਨਾਲ ਹਜ਼ਮ ਕੀਤੀ ਕਮਾਈ ਲਈ ਵਰਤੇ ਢੰਗ ਤਰੀਕੇ ਅਤੇ ਮਿਲੀ ਭੁਗਤ ਦੀਆਂ ਵਿਉਂਤਾਂ ਹੈਰਾਨੀ ਪੈਦਾ ਕਰਦੀਆਂ ਨੇ ਕਿ ਇਹਨਾਂ ਕੋਲੇ ਇੰਨਾ ਪੈਸਾ ਆ ਕਿੱਥੋਂ ਗਿਆ, ਇਹਨਾਂ ਦੇ ਕੋਲੇ ਇੰਨੇ ਵੱਡੇ ਪੱਧਰ ਦੇ ਉੱਤੇ ਪੈਸਾ ਕਿੱਥੋਂ ਆ ਗਿਆ ਕਿ ਇਹਨਾਂ ਨੇ ਜਿਹੜੇ ਕੱਲ੍ਹ ਦਿਹਾੜੇ ਕੀ ਸੀ ਅਤੇ ਅੱਜ ਉਹ ਕੀ ਬਣ ਗਏ ਆ। ਸਹਿਜ ਪੱਕੇ ਸੋ ਮਿੱਠਾ ਹੋਏ ਵਾਲਾ ਵਰਤਾਰਾ ਵੀ ਅਸੀਂ ਦੇਖਦੇ ਸੀਗੇ ਕਿ ਅੱਗੇ ਮਿਸਾਲਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਕਿ ਸਮਾਜ ਦੇ ਵਿੱਚ ਲਓ ਜੀ ਉਸ ਟੱਬਰ ਨੇ ਬੜੀ ਮਿਹਨਤ ਕੀਤੀ ਹੈ ਜੀ, ਉਹਨਾਂ ਨੇ ਤਾਂ ਬਹੁਤ ਦਿਨ ਰਾਤ ਇੱਕ ਕੀਤਾ ਸੀ ਸਾਰੇ ਪਰਿਵਾਰ ਨੇ ਅਤੇ ਅੱਜ ਉਹ ਤਰੱਕੀ ਦੀਆਂ ਬੁਲੰਦੀਆਂ ਛੋਹ ਰਹੇ। ਇੱਕ ਤਾਂ ਉਹ ਲੋਕ ਸੀ ਜਿਹਨਾਂ ਦੀਆਂ ਮਿਸਾਲਾਂ ਦਿੰਦੇ ਹੁੰਦੇ ਸੀ, ਇੱਕ ਉਹ ਲੋਕ ਆ ਜਿਹੜੇ ਇਸ ਤਰੀਕੇ ਘਪਲੇਬਾਜ਼ੀਆਂ ਕਰਕੇ ਰਿਸ਼ਵਤਖੋਰੀਆਂ ਲੈ ਕੇ ਅਤੇ ਦਿਨਾਂ ਵਿੱਚ ਹੀ ਪਤਾ ਲੱਗਦਾ ਹੈਗਾ। ਜਾਂ ਤਾਂ ਐਂ ਹੁੰਦਾ ਨਾ ਪਤਾ ਲੱਗਦਾ ਕਿ ਯਾਰ ਆਹ ਫਲਾਨਾ ਠੇਕੇਦਾਰ ਸੀ, ਇਹਨੇ ਇੰਨੀ ਰਿਸ਼ਵਤ ਲਈ, ਜਾਂ ਫਲਾਨਾ ਮਹਿਕਮੇ ਦਾ ਅਫਸਰ ਸੀਗਾ ਬਈ ਆਹ ਤਾਂ ਗੋਗੜ ਵਧਾਈ ਫਿਰਦਾ ਬਈ ਇਹਨੇ ਤਾਂ ਕਮਾਲ ਹੈ, ਇਹਨੇ ਰੱਜ ਕੇ ਲੋਕਾਂ ਨੂੰ ਲੁੱਟਿਆ, ਰੱਜ ਕੇ ਖਾਧਾ। ਆਮ ਲੋਕ ਅਸੀਂ ਸਮਾਜ ਵਿੱਚ ਇੱਦਾਂ ਹੀ ਗੱਲ ਕਰਦੇ ਹੈਗੇ। ਪਰ ਇਹ ਜਿਹੜੀਆਂ ਇਹੋ ਜਿਹੇ ਮਸਲੇ ਜਦੋਂ ਦੋਸਤੋ ਸਾਹਮਣੇ ਆਉਂਦੇ ਨਾ ਤਾਂ ਉਦੋਂ ਮਨ ਦੇ ਵਿੱਚ ਇਸ ਗੱਲ ਦੀ ਹੈਰਾਨੀ ਪੈਦਾ ਹੁੰਦੀ ਆ ਕਿ ਆਖਿਰ ਇਹਨਾਂ ਲੋਕਾਂ ਨੂੰ ਕੋਈ ਡਰ ਭਾਉ ਨਹੀਂ ਹੁੰਦਾ ਗਾ। ਇਹ ਇਹੋ ਜਿਹੇ ਲੋਕ ਆ ਕਿ ਜਿਹੜੇ ਆਪਣੇ ਹੀ ਲੋਕਾਂ ਨੂੰ ਲੁੱਟੀ ਜਾਂਦੇ ਆ, ਆਪਣੇ ਘਰ ਭਰੀ ਜਾਂਦੇ ਹੈਗੇ ਆ। ਹਾਲਾਂਕਿ ਕਹਿੰਦੇ ਹੁੰਦੇ ਆ ਹਰਾਮ ਦਾ ਪੈਸਾ ਹੁੰਦਾ, ਇਹ ਹਰਾਮ ਦਾ ਪੈਸਾ ਖਾਣਾ ਬੜਾ ਹੀ ਮਾੜਾ ਹੁੰਦਾ ਆ। ਔਰ ਹਰਾਮ ਦਾ ਪੈਸਾ ਜਿਹੜੇ ਸਿਆਣੇ ਲੋਕ ਹੁੰਦੇ ਸੀ ਨਾ ਉਹ ਕਹਿੰਦੇ ਹੁੰਦੇ ਸੀ ਸਾਡੇ ਜਿਹੜੇ ਧੀਆਂ ਪੁੱਤ ਹਨ ਅਤੇ ਸਾਡਾ ਪਰਿਵਾਰ ਆ ਅਤੇ ਸਾਡਾ ਹਰਾਮ ਦੇ ਪੈਸੇ ਨਾਲ ਨਾ ਪਲੇ, ਕਿਉਂਕਿ ਇਹ ਹਰਾਮ ਦਾ ਪੈਸਾ ਜਿਹੜਾ ਆ ਉਹ ਦੁੱਗਣਾ ਹੋ ਕੇ ਨਿਕਲਦਾ ਹੁੰਦਾ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਕੂੜਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ। ਇਸ ਗੱਲ ਦੀ ਯਾਦ ਦਿਵਾਉਂਦੇ ਨੇ ਕਈ ਨੌਕਰਸ਼ਾਹ ਅਤੇ ਸਿਆਸਤਦਾਨ ਕਾਨੂੰਨੀ ਸਕੰਜੇ ਦੇ ਡਰ ਕਾਰਨ ਵਿਦੇਸ਼ ਭੱਜ ਰਹੇ ਨੇ। ਨੀਰਵ ਮੋਦੀ ਵਰਗੇ ਦੇਖ ਰਹੇ ਨਾ ਸਾਡੇ ਮੁਲਕ ਦੇ ਵਿੱਚੋਂ ਭੱਜੇ ਆ ਇੱਥੋਂ ਨੀਰਵ ਮੋਦੀ ਵਰਗੇ, ਅਤੇ ਜਾਂ ਪਾਰਟੀਆਂ ਬਦਲ ਕੇ ਆਪਣੇ ਆਪ ਨੂੰ ਸੁਰੱਖਿਅਤ ਬਣਾ ਰਹੇ ਨੇ। ਜਿਵੇਂ ਕਿ ਪੰਜਾਬ ਦੇ ਵਿੱਚ ਇਹ ਚਰਚਾ ਛਿੜੀ ਹੋਈ ਸੀ ਵੀ ਜਿਹੜੇ ਲੀਡਰ ਹੁਣ ਛੱਡ ਕੇ ਕਾਂਗਰਸ ਦਾ ਸਾਥ ਜਾਂ ਆਪਣੀ ਪਾਰਟੀ ਦਾ ਸਾਥ ਉਹ
ਭਾਜਪਾ ਦੇ ਵਿੱਚ ਜਾ ਰਹੇ ਨੇ। ਪੰਜਾਬ ਵਿੱਚ ਚਰਚਾ ਆਮ ਸੀਗੀ, ਮੈਨੂੰ ਕਹਿਣ ਦੇ ਵਿੱਚ ਕੋਈ ਗਰੇਜ਼ ਨਹੀਂ ਗਾ ਕਿ ਇਹ ਚਰਚਾ ਸੀਗੀ ਕਿ ਇਸ ਕਰਕੇ ਉਹ ਛੱਡ ਕੇ ਭਾਜਪਾ ਦਾ ਪੱਲਾ ਉਹਨਾਂ ਨੇ ਫੜਿਆ ਆ ਕਿ ਸਾਡੇ ਉੱਤੇ ਜਿਹੜੇ ਆ ਇਹ ਇਲਜ਼ਾਮ ਜਿਹੜੇ ਰਿਸ਼ਵਤਖੋਰੀ ਦੇ ਜਾਂ ਘੁਟਾਲਿਆਂ ਦੇ ਘਪਲਿਆਂ ਦੇ ਜਿਹੜੇ ਇਲਜ਼ਾਮ ਆ ਉਹ ਸਾਡੇ 'ਤੇ ਨਾ ਹੋਵੇ, ਅਸੀਂ ਉਸ ਤੋਂ ਬਚ ਗਏ। ਇਹ ਇਕੱਲਾ ਇਹਨਾਂ ਦੋਵਾਂ ਪਾਰਟੀਆਂ 'ਚ ਨਹੀਂ ਬਲਕਿ ਦੇਸ਼ ਦੇ ਵਿੱਚ ਹਰ ਜਗ੍ਹਾ ਇੱਦਾਂ ਹੀ ਹੋਇਆ। ਜਿਹੜੀ ਪਾਰਟੀ ਕੇਂਦਰ ਦੀ ਸੱਤਾ 'ਤੇ ਹਾਵੀ ਆ ਅਤੇ ਜਿਹੜੀਆਂ ਬਾਕੀ ਪਾਰਟੀਆਂ ਦੇ ਲੋਕ ਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਸਾਡੀ ਸਰਕਾਰ ਰਹੀ ਨਹੀਂ, ਅਤੇ ਫਿਰ ਉਹ ਕੀ ਕਰਦੇ ਆ ਕਿ ਉਹ ਫਸਲੀ ਬਟੇਰੇ ਬਣ ਜਾਂਦੇ ਹੈਗੇ ਆ, ਫਿਰ ਉਹ ਉੱਧਰ ਹੋ ਤੁਰਦੇ ਹੈਗੇ ਆ ਤਾਂ ਕਿ ਉਹਨਾਂ ਦੀ ਜਾਨ ਬਚ ਜਾਵੇ, ਉਹਨਾਂ ਨੂੰ ਕੋਈ ਫੜ ਨਾ ਸਕੇ। ਰਿਸ਼ਵਤਖੋਰੀ ਦੇ ਫੈਲਾਅ ਅਤੇ ਇਸ ਦੇ ਅਨੇਕਾਂ ਰੂਪ ਹੋਣ ਕਰਕੇ ਇਸ ਨੂੰ ਪਰਿਭਾਸ਼ਿਤ ਕਰਨਾ ਔਖਾ ਆ, ਪਰ ਮੋਟੇ ਤੌਰ 'ਤੇ ਬੇਈਮਾਨੀ ਜਾਂ ਆਪਣੇ ਅਹੁਦਿਆਂ ਦੀ ਆੜ ਹੇਠ ਜਨਤਕ ਵਸੀਲਿਆਂ ਦੀ ਲੁੱਟ ਦੇ ਦੂਸਰਿਆਂ ਦੇ ਹੱਕ ਮਾਰ ਕੇ ਲੋਕਾਂ ਦੀ ਬੇਵਸੀ ਦਾ ਫਾਇਦਾ ਉਠਾ ਕੇ ਜਾਂ ਫਿਰ ਆਪਣੀ ਜਾਂ ਪਰਿਵਾਰ ਦੀ ਭਲਾਈ ਲਈ ਕੀਤੀ ਨਜਾਇਜ਼ ਕਮਾਈ ਨੂੰ ਰਿਸ਼ਵਤਖੋਰੀ ਕਿਹਾ ਜਾ ਸਕਦਾ। ਸਧਾਰਨ ਸ਼ਬਦਾਂ ਵਿੱਚ ਕਿਰਤ ਕਮਾਈ ਤੋਂ ਬਿਨਾਂ ਇਕੱਠੇ ਕੀਤੇ, ਮੈਂ ਜਿਹੜੀ ਪਹਿਲੀ ਗੱਲ ਕੀਤੀ ਸੀ ਨਾ, ਉਸ ਤੋਂ ਬਿਨਾਂ ਜਿਹੜਾ ਇਕੱਠੇ ਕੀਤੇ ਧਨ ਦੌਲਤ ਨੂੰ ਰਿਸ਼ਵਤਖੋਰੀ ਕਿਹਾ ਜਾਂਦਾ ਹੈ। ਅਤੇ ਰਿਸ਼ਵਤਖੋਰੀ ਵੀ ਉਦੋਂ ਤੋਂ ਹੀ ਆਈ ਹੈ ਜਦੋਂ ਤੋਂ ਸੰਗਠਿਤ ਸਮਾਜ ਵਿੱਚ ਜੀਵਨ ਦੀ ਸ਼ੁਰੂਆਤ ਹੋਈ ਹੈ, ਭਾਵੇਂ ਇਸ ਦੀ ਮਾਤਰਾ ਸੀਮਿਤ ਪੱਧਰ 'ਤੇ ਸੀ ਅਤੇ ਕਈ ਸਮਾਜ ਦੇ ਸਮੂਹ ਜਿਹੜੇ ਸੀਗੇ ਇਮਾਨਦਾਰੀ ਦੀ ਮਿਸਾਲ ਵੀ ਰਹੇ ਨੇ। ਪੁਰਾਣੇ ਸਮੇਂ ਵਿੱਚ ਜ਼ਿੰਦਗੀ ਸਾਦੀ ਸੀ, ਧਰਮ ਦੇ ਖਾਸ ਰੋਲ ਕਰਕੇ ਵੱਡੀ ਭ੍ਰਿਸ਼ਟਾਚਾਰ, ਹੱਕ ਮਾਰਨਾ, ਹਰਾਮ ਜਾਂ ਬੇਈਮਾਨੀ ਦੀ ਕਮਾਈ ਨੂੰ ਲੋਕ ਪਾਪ ਸਮਝਦੇ ਸੀਗੇ, ਤੌਬਾ ਕਰਦੇ ਸੀਗੇ। ਅਤੇ ਫਿਰ ਇੱਥੇ ਮੈਂ ਫਿਰ ਜ਼ਿਕਰ ਕਰ ਲੈ ਚਾਹੂੰਗਾ ਕਿ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਕਿ ਪਾਪਾਂ ਬਾਝੋਂ ਹੋਵੇ ਨਹੀਂ, ਮੋਇਆਂ ਸਾਥ ਨਾ ਜਾਏ। ਇਹ ਜਿਨ੍ਹਾਂ ਨੇ ਇਸ ਤਰੀਕੇ ਧਨ ਜਿਹੜਾ ਆ ਜੋੜਿਆ ਹੁੰਦਾ, ਉਸ ਬਾਰੇ ਜਿਹੜਾ ਆ ਬੜਾ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅੱਜ ਦੁਨੀਆ ਦਾ ਕੋਈ ਵੀ ਮੁਲਕ ਜਾਂ ਸਮਾਜ ਜਿਹੜਾ ਆ ਇਸ ਤੋਂ ਨਿਰਲੇਪ ਨਹੀਂ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 2021 ਦੀ ਇੱਕ ਦਰਜਾਬੰਦੀ ਹੈ ਜੋ ਦੁਨੀਆ ਦੇ 180 ਦੇਸ਼ਾਂ ਦੇ ਬਾਰੇ, ਮੈਂ ਇੱਥੇ ਉਹਦੀ ਥੋੜ੍ਹਾ ਜਿਹਾ ਮੈਂ ਜ਼ਿਕਰ ਕਰ ਲੈਣਾ ਚਾਹੂੰਗਾ ਕਿ ਸਾਡਾ ਮੁਲਕ ਹੀ ਨਹੀਂ, ਦੁਨੀਆ ਵਿੱਚ ਵੀ ਇਹ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਦੇ ਵਿੱਚ ਆ। ਪਰ ਇੱਥੇ ਇੱਕ ਹੈਰਾਨੀ ਦੀ ਗੱਲ ਆ ਕਿ ਜਿਹੜੀ ਦਰਜਾਬੰਦੀ ਆ, ਜਿਹੜੇ ਵੇਰਵੇ, ਜਿਹੜੇ ਅੰਕੜੇ ਸਾਹਮਣੇ ਆਏ ਆ, ਤੁਸੀਂ ਸੁਣ ਕੇ ਹੈਰਾਨ ਰਹੋਗੇ ਕਿ ਇਸੇ ਸੰਸਥਾ ਦੀ ਜਿਹੜੀ ਹੈ 2005 ਦੀ ਰਿਪੋਰਟ ਮੁਤਾਬਕ 62% ਭਾਰਤੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਰਿਸ਼ਵਤ ਦੇਣੀ ਪੈਂਦੀ ਹੈ। ਐਡੀ ਮਾੜੀ ਹਾਲਤ ਆ ਸਾਡੇ ਮੁਲਕ ਦੀ। ਜੇ ਹਾਲਾਤ ਇਹੀ ਰਹੇ ਤਾਂ ਦਰਜਾਬੰਦੀ ਹੋਰ ਥੱਲੇ ਜਾ ਸਕਦੀ ਹੈ ਅਤੇ ਲੋਕਾਂ ਦੀ ਰਿਸ਼ਵਤਖੋਰੀ ਦੀ ਫੀਸਦ ਜਿਹੜੀ ਆ ਉਹ ਵੀ ਵੱਧ ਸਕਦੀ ਹੈ। ਦੇਸ਼ ਵਿੱਚ ਹਜ਼ਾਰਾਂ ਕਰੋੜ ਦੇ ਵੱਡੇ ਘੁਟਾਲੇ ਕਰਕੇ ਕੁਝ ਲੋਕ ਵਿਦੇਸ਼ ਭੱਜ ਗਏ ਨੇ ਅਤੇ ਉਹਨਾਂ ਦੀ ਵਾਪਸ ਹਵਾਲਗੀ ਹੋਣ ਦੇ ਆਸਾਰ ਜਿਹੜੇ ਨੇ ਉਹ ਨਾਮਾਤਰ ਨੇ। ਪੰਜਾਬ ਵਿੱਚ ਭਾਵੇਂ ਲਗਭਗ ਸਾਰੇ ਮੁੱਖ ਧਰਮਾਂ ਦੀ ਹੋਂਦ ਤੇ ਹਰ ਸਿੱਖ ਧਰਮ ਜਿਹੜੀ ਆ ਬਹੁਲਤਾ ਵਿੱਚ ਹੈ, ਸਿੱਖ ਧਰਮ ਦੇ ਸਿਧਾਂਤ ਅਤੇ ਫਲਸਫਾ ਅਤੇ ਪੈਰੋਕਾਰਾਂ ਨੂੰ ਹੱਕ ਹਲਾਲ ਦੀ ਕਮਾਈ ਤੇ ਦੂਸਰਿਆਂ ਦੇ ਹੱਕ ਨਾ ਮਾਰਨ, ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ, ਜਾਦੂ ਟੂਣਿਆਂ, ਆਪਣੀ ਕਾਮਨਾ ਪੂਰਤੀ ਲਈ ਬਲੀਆਂ ਦੇਣ ਤੋਂ ਦੂਰੀ, ਉੱਚੇ ਜੀਵਨ ਮੁੱਲ ਧਾਰਨ ਕਰਨ ਅਤੇ ਅਮਲਾਂ ਵਿੱਚ ਜਿਹੜਾ ਆ ਸੱਚੇ ਵਿਹਾਰ ਦੀ ਤਕੀਦ ਕਰਦਾ ਆ। ਗੁਰੂ ਸਾਹਿਬ ਫਰਮਾਉਂਦੇ ਨੇ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ, ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣ ਸੇ। ਵੱਡੀ ਜਾਂ ਹੱਕ ਮਾਰਨਾ ਇਸ ਦੁਨੀਆ ਵਿੱਚ ਮਾੜਾ ਹੋਣ ਦੇ ਨਾਲ ਨਾਲ ਆਪਣੇ ਪੂਰਵਜਾਂ ਨੂੰ ਵੀ ਜਿਹੜਾ ਆ ਉਹ ਚੋਰ ਬਣਾਉਣਾ ਆ। ਆਸਾ ਦੀ ਵਾਰ ਵਿੱਚ ਰੋਜ਼ ਪੜ੍ਹਿਆ ਜਾਂਦਾ ਆ। ਮੈਂ ਉਹਦਾ ਜ਼ਿਕਰ ਵੀ ਕਰਨਾ ਚਾਹੂੰਗਾ। ਤੁਸੀਂ ਸਾਰੇ ਮਹਾਰਾਜ ਦੀ ਬਾਣੀ ਸੁਣਦੇ ਹੋ। ਜੇ ਮੁਹਾਕਾ ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਵਾਣੀਏ ਪਿਤਰੀ ਚੋਰ ਕਰੇ। ਤਾਂ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲ ਦੇ। ਗੁਰੂ ਨਾਨਕ ਦੇਵ ਜੀ ਨੇ ਤਾਂ ਕਰਤਾਰਪੁਰ ਸਾਹਿਬ ਜਦੋਂ ਸੀਗੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ 18 ਸਾਲ ਜਿਹੜੇ ਸੀਗੇ ਕਰਤਾਰਪੁਰ ਸਾਹਿਬ ਦੇ ਵਿੱਚ ਖੇਤੀ ਕੀਤੀ। ਗੁਰੂ ਸਾਹਿਬ ਆਪਣੀ ਉਮਰ ਦੇ ਜਿਹੜੇ ਆਖਰੀ ਪੜਾਅ ਸੀਗੇ, ਉਹ 18 ਸਾਲ ਜਿਹੜੇ ਸੀਗੇ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਹੱਥੀਂ ਖੇਤੀ ਕਰਕੇ, ਕਿਰਤ ਕਰਕੇ ਉਹਨਾਂ ਨੇ ਵੱਡਾ ਲੋਕਾਈ ਨੂੰ ਸੁਨੇਹਾ ਦਿੱਤਾ ਸੀਗਾ ਕਿ ਇਮਾਨਦਾਰੀ ਦੇ ਨਾਲ ਜਿਹੜੇ ਆ ਕਿਰਤ ਕਰਕੇ ਜਿਹੜਾ ਕਮਾਉਣਾ ਆ, ਉਹ ਸਭ ਤੋਂ ਵੱਡਾ ਜਿਹੜਾ ਮਾਡਲ ਸਾਨੂੰ ਦਿੱਤਾ ਸੀਗਾ, ਜਿਸ ਨੂੰ ਸਾਰਾ ਜਗਤ ਮੰਨਦਾ ਹੈ। ਮਲਕ ਭਾਗੋ ਦੇ ਅੰਨ ਦੇ ਵਿੱਚੋਂ ਖੂਨ ਨਿਚੋੜਨਾ ਪਾਪ ਦੀ ਕਮਾਈ ਤੇ ਵੱਡਾ ਵਿਅੰਗ ਸੀਗੇ।
ਤੇ ਬਾਬਾ ਫਰੀਦ ਜੀ ਦਾ ਕਥਨ ਮੈਂ ਇੱਥੇ ਉਹਦਾ ਜ਼ਿਕਰ ਕਰ ਲੈਣਾ ਆ। ਉਹਨਾਂ ਦਾ ਕਥਨ ਹੈ ਕਿ ਫਰੀਦਾ ਬਾਰ ਪਰਾਈਏ ਬੈਸਣਾ ਸਾਈਂ ਮੁਝੇ ਨ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰਾ ਲੈ। ਤਾਂ ਭਾਈ ਵੀਰ ਸਿੰਘ ਦੁਆਰਾ ਰਚਿਤ ਪੰਜਾਬੀ ਜ਼ਬਾਨ ਦਾ ਪਹਿਲਾ ਨਾਵਲ ਸੁੰਦਰੀ ਸਿੱਖ ਧਰਮ ਦੇ ਉਚੇਰੇ ਤੇ ਸੱਚੇ ਮੁੱਲਾਂ ਦੀ ਨਿਵੇਕਲੀ ਕਿਰਤ ਹੈ। ਜੇ ਅਜੋਕੇ ਪੰਜਾਬੀ ਸਮਾਜ ਤੇ ਨਜ਼ਰ ਮਾਰੀਏ ਤਾਂ ਹਾਲਾਤ ਬਹੁਤ ਨਿੱਘਰ ਗਏ ਨੇ। ਜਿਨ੍ਹਾਂ ਹਾਲਾਤਾਂ ਦੇ ਵਿੱਚ ਅੰਧ ਵਿਸ਼ਵਾਸਾਂ ਤੇ ਮਾੜੇ ਕਰਮਾਂ ਤੋਂ ਗੁਰੂ ਜੀ ਨੇ ਵਰਜਿਆ ਤੇ ਅੱਜ ਬਹੁਤੇ ਲੋਕ ਜਿਹੜੇ ਨੇ ਦੋਸਤੋ ਉਸੇ ਰਾਹ ਤੁਰੇ ਪਏ ਨੇ। ਮੈਂ ਇਸ ਕਰਕੇ ਮੈਨੂੰ ਜ਼ਿਕਰ ਮਹਾਰਾਜ ਦੀ ਬਾਣੀ ਦਾ, ਗੁਰੂ ਸਾਹਿਬਾਂ ਦਾ ਕਰਨਾ ਪੈ ਰਿਹਾ ਆ, ਕਿਉਂਕਿ ਉਸ ਬਾਣੀ ਦੇ ਵਿੱਚ ਸਾਨੂੰ ਇੰਨੇ ਵਧੀਆ ਸਾਨੂੰ ਜਿਹੜਾ ਆ ਗਾਈਡੈਂਸ ਦਿੱਤੀ ਗਈ ਆ। ਮੈਂ ਕਹਿੰਦਾ ਕਿ ਦੁਨੀਆ ਦੇ ਵਿੱਚ ਕਿਸੇ ਵੀ ਧਰਮ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਸੋਹਣੀ ਗੱਲਬਾਤ ਆ, ਜਿਸ ਤਰੀਕੇ ਨਾਲ ਮਨੁੱਖ ਨੂੰ ਮਨੁੱਖੀ ਜੀਵਨ ਜਾਂਚ ਦਾ ਵੱਲ ਦੱਸਿਆ ਗਿਆ ਆ, ਉਹ ਸ਼ਾਇਦ ਬਹੁਤ ਘੱਟ ਵੇਖਣ ਨੂੰ ਮਿਲਦਾ ਆ। ਤਾਂ ਕਹਿ ਸਕਦੇ ਹਾਂ ਕਿ ਅੱਜ ਬਹੁਤੇ ਲੋਕ ਮਾੜੇ ਰਾਹਾਂ ਦੇ ਉੱਤੇ ਤੁਰ ਪਏ ਨੇ। ਦੇਸ਼, ਕੌਮ ਅਤੇ ਮਜ਼ਲੂਮਾਂ ਲਈ ਆਪਾ ਵਰਨ ਅਤੇ ਪਰਿਵਾਰ ਦੀ ਕੁਰਬਾਨੀ ਦੇਣ ਵਾਲੇ ਗੁਰੂਆਂ ਦੀ ਧਰਤੀ ਤੇ ਅੱਜ ਹਾਲਤ ਇਹ ਬਣੀ ਪਈ ਆ ਕਿ ਆਮ ਲੋਕ, ਜਨਤਕ ਸੰਸਥਾਵਾਂ ਅਤੇ ਕੁਦਰਤ ਦੀ ਲੁੱਟ ਕਿਸੇ ਕੋਲੋਂ ਨਹੀਂ ਛਿਪੀ ਹੋਈ। ਅੱਜ ਹਾਲਾਤ ਪਤਾ ਕੀ ਆ? ਡੇਰਿਆਂ, ਅਖੌਤੀ ਬਾਬਿਆਂ ਤੇ ਸਮਾਜਿਕ ਵੰਡਾਂ ਦਾ ਵਧਣਾ ਪੰਜਾਬੀ ਅਤੇ ਸਿੱਖ ਸਮਾਜ ਲਈ ਹੋਰ ਵੀ ਦੁਖਦਾਈ ਹੈ। ਬੇਰੁਜ਼ਗਾਰੀ ਦਾ ਵੱਧ ਰਿਹਾ ਕੁਣਬਾ, ਨਸ਼ਾਖੋਰੀ ਅਤੇ ਵੱਖ-ਵੱਖ ਤਰ੍ਹਾਂ ਦੇ ਜੁਰਮ, ਆਤਮ ਹੱਤਿਆਵਾਂ ਤੇ ਜਬਰ ਜਨਾਹ ਆਦਿ ਕਰਕੇ ਪੰਜਾਬ ਦੀ ਦਸ਼ਾ ਤੇ ਦਿਸ਼ਾ ਜਿਹੜੀ ਆ ਉਹ ਧੁੰਦਲੀ ਜਾਪ ਰਹੀ ਆ। ਜੇ ਅਸੀਂ ਮੱਧਕਾਲੀ ਭਾਰਤ ਦੀ ਗੱਲ ਕਰ ਲਈਏ ਨਾ, ਤੇ ਇੱਥੇ ਜਿਹੜੇ ਸੀਗੇ ਬੈਰੂਨੀ ਲੁੱਟ ਖਸੁੱਟ ਤੇ ਬੁਰਛਾਗਰਦੀ ਕਾਰਨ ਪੰਜਾਬ ਦੀ ਹਾਲਤ ਮਾੜੀ ਸੀ। ਉੱਥੇ ਹੁਣ ਵਧੇਰੇ ਕਰਕੇ ਅੰਦਰੂਨੀ ਸ਼ਕਤੀਆਂ ਤੇ ਲੋਟੂ ਟੋਲਿਆਂ ਕਰਕੇ ਪੰਜਾਬ ਦੇ ਆਰਥਿਕ, ਸਿਆਸੀ, ਸਮਾਜਿਕ ਤੇ ਜਿਹੜੇ ਸੱਭਿਆਚਾਰ ਹਾਲਾਤ ਨੇ ਉਹ ਵਾਕਈ ਦੁਖਦਾਇਕ ਨੇ। ਸੂਫੀ ਕਵੀ ਬੁੱਲੇ ਸ਼ਾਹ ਨੇ 18ਵੀਂ ਸਦੀ ਵਿੱਚ ਬੋਲੇ ਸ਼ਬਦ ਅੱਜ ਵੀ ਪੰਜਾਬੀ ਲਈ ਢੁਕਵੇਂ ਨੇ ਕਿ ਦਾਰ ਖੁੱਲ੍ਹਾ ਹਸ਼ਰ ਅਜਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ। ਸੱਚੀ ਗੱਲ ਹੈ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਤੇ ਅੱਜ ਦੇ ਸਮੇਂ ਵਿੱਚ ਵੱਧ ਰਹੀ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਕਾਰਨਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਦਾਰਥਵਾਦ ਤਕਨੋਲੋਜੀ ਦੀ ਆਮਦ, ਨਵੇਂ ਉਪਜਰੇ ਜੀਵਨ ਢੰਗਾਂ ਦੀ ਕਰਕੇ ਵੱਧ ਰਹੇ ਲਾਲਚ ਸਦਕਾ ਇਨਸਾਨ ਆਪਣੀ ਜਿਹੜੀ ਆ 2 ਨੰਬਰ ਦੀ ਕਮਾਈ ਵੱਲ ਪ੍ਰੇਰਿਤ ਹੋ ਰਿਹਾ ਹੈ। ਟੈਕਸ ਚੋਰੀ ਆਮ ਹੋ ਗਈ ਹੈ। ਸੰਜਮੀ ਅਤੇ ਸਬਰ ਵਾਲੇ ਯੁੱਗ ਦੇ ਜਿਹੜੇ ਦਿਨ ਆ ਦੋਸਤੋ, ਉਹ ਵਾਕਈ ਨਾ ਖੰਭ ਲਾ ਕੇ ਕਿਤੇ ਉੱਡ ਗਏ ਆ, ਉਹ ਹੁਣ ਨਜ਼ਰ ਨਹੀਂ ਆਉਂਦੇਗੇ। ਵਧੇਰੇ ਪਦਾਰਥਕ ਲੋੜਾਂ ਆਮ ਕਰਕੇ ਆਪਣੀ ਕਿਰਤ ਕਮਾਈ ਵਿੱਚੋਂ ਪੂਰੀਆਂ ਨਹੀਂ ਹੁੰਦੀਆਂ, ਇਸ ਲਈ ਰਿਸ਼ਵਤਖੋਰੀ ਹੋਰ ਪੰਜੇ ਖਿਲਾ ਰਹੀ ਹੈ। ਕੁਝ ਲੋਕ ਕਰਜ਼ੇ ਲੈ ਕੇ ਅਸ਼ਾਵਾਂ ਦੀ ਆਪਣੀ ਉਮਰ ਆਰਥਿਕ ਬੋਝ ਥੱਲੇ ਦਿਨ ਕੱਟੀ ਕਰਦੇ ਨੇ। ਮਨੁੱਖੀ ਜੀਵਨ ਵਿੱਚ ਤਕਨੋਲੋਜੀ ਦੀ ਆਮਦ ਨੇ ਜੀਵਨ ਵਿੱਚ ਤਲਿਸਮ ਪੈਦਾ ਕਰ ਦਿੱਤਾ ਤੇ ਇਨਸਾਨ ਜਿਹੜਾ ਹੈ ਨਾ ਉਹ ਇਸ ਅੰਨੀ ਦੌੜ ਦੇ ਵਿੱਚ ਪੈ ਗਿਆ ਹੈ। ਕੋਈ ਸਮਾਂ ਸੀ ਕਿ ਲੋਕ ਵੱਧ ਮਿਹਨਤ ਕਰਨ ਤੇ ਮਾਣ ਮਹਿਸੂਸ ਕਰਦੇ ਸਨ, ਪਰ ਹੁਣ ਵਧੇਰੇ ਮਨੋਰੰਜਨ, ਸੁੱਖ ਮਾਣਨ ਜਾਂ ਪਦਾਰਥਾਂ ਦੀ ਇਕੱਤਰਤਾ ਦਾ ਮਾਣ ਕੀਤਾ ਜਾਂਦਾ। ਐਵੇਂ ਨਾ ਅਸੀਂ ਕਿਉਂ ਇੰਨੀਆਂ ਰਿਸ਼ਵਤਾਂ ਲੈਂਦੇ ਹਾਂ, ਕਿਉਂ ਭ੍ਰਿਸ਼ਟਾਚਾਰ, ਘਪਲੇਬਾਜ਼ੀ ਕਰਦੇ ਹਾਂ? ਕਿਉਂਕਿ ਸਾਨੂੰ ਇਹ ਆ ਵੀ ਸਾਡੇ ਕੋਲ ਮਹਿੰਗੀ ਗੱਡੀ ਹੋਵੇ, ਬੰਗਲਾ ਹੋਵੇ, ਵਧੀਆ ਸਾਡੇ ਕੋਲ ਬੈਂਕ ਬੈਲੈਂਸ ਹੋਵੇ, ਵਧੀਆ ਮੋਬਾਈਲ ਹੋਣ, ਚੰਗੇ ਗਹਿਣੇ ਹੋਣ, ਚੰਗੇ ਕੱਪੜੇ ਹੋਣ, ਦਿਖਾਵੇਬਾਜ਼ੀ ਦੇ ਸਾਧਨ ਹੋਣ। ਅਸੀਂ ਇਸ ਕਰਕੇ ਜਿਹੜੇ ਸੀ ਨਾ ਸਬਰ ਸੰਤੋਖ ਵਾਲੀ ਜ਼ਿੰਦਗੀ ਤੋਂ ਵਾਕਈ ਪਾਸੇ ਹਟ ਗਏ ਹਾਂ। ਇਸ ਕਰਕੇ ਜਿਹੜਾ ਸਮਾਜ ਆ ਅੱਜ ਦਾ ਨਿੱਘਰਦਾ ਜਾ ਰਿਹਾ, ਆਮ ਲਫ਼ਜ਼ਾਂ ਵਿੱਚ ਕਹਿੰਦੇ ਨੇ ਸਮਾਜ ਦਾ ਬੇੜਾ ਗਰਕ ਹੁੰਦਾ ਜਾ ਰਿਹਾ, ਅਜਿਹੇ ਲੋਕਾਂ ਦੀ ਵਜ੍ਹਾ ਕਰਕੇ। ਤਾਂ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਆ ਕਿ ਅਸੀਂ ਸਬਰ ਸੰਤੋਖ ਦਾ ਪੱਲਾ ਫੜੀਏ, ਅਸੀਂ ਇਸ ਤਰ੍ਹਾਂ ਦੀਆਂ ਨਜਾਇਜ਼ ਕਮਾਈਆਂ ਤੇ ਘਪਲਿਆਂ ਤੋਂ ਬਚੀਏ। ਜੇ ਅਸੀਂ ਸਮਾਜ ਦਾ, ਆਉਣ ਵਾਲੀਆਂ ਪੀੜ੍ਹੀਆਂ ਦਾ ਤੇ ਆਪਦੀਆਂ ਭਵਿੱਖ ਦੀਆਂ ਨਸਲਾਂ ਨੂੰ ਚੰਗੇ ਇਮਾਨਦਾਰ ਬਣਾਉਣਾ ਆ ਤੇ ਵਧੀਆ ਇਨਸਾਨ ਬਣਾਉਣਾ ਆ, ਤੇ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਸਾਰੀਆਂ ਹਰਕਤਾਂ ਤੋਂ ਜਿਹੜੀਆਂ ਸਾਨੂੰ ਬਦਨਾਮ ਕਰਦੀਆਂ ਨੇ, ਔਰ ਵਾਕਿਆ ਮੈਂ ਉਸ ਗੱਲ ਤੇ ਫਿਰ ਵਾਪਸ ਆਉਣਾ ਆ ਕਿ ਲੱਖ ਲਾਹਨਤ ਹੈ ਇਹੋ ਜਿਹੇ ਪੈਸੇ ਦੇ ਉੱਤੇ ਜਿਹੜਾ ਹਰਾਮ ਦਾ ਤੁਹਾਡੇ ਘਰਾਂ ਦੇ ਵਿੱਚ ਆ ਰਿਹਾ, ਜਿਹੜੇ ਇਹੋ ਜਿਹੇ ਕੰਮ ਕਰਦੇ ਨੇ। ਤੇ ਹਰਾਮ ਦਾ ਖਾ ਕੇ ਲੋਕ ਵੀ ਫਿਰ ਜਿਹੜੇ ਨੇ ਉਹ ਗੱਲਾਂ ਕਰਨੀਆਂ ਸ਼ੁਰੂ ਕੀਤੇ ਨੇ ਕਿ ਹਰਾਮ ਦਾ ਖਾ ਖਾ ਕੇ ਪਲੇ ਹੋਏ ਆ। ਤੇ ਜਿਹੜੇ ਲੋਕ ਇਸ ਤਰੀਕੇ ਦਾ ਹਰਾਮ ਦਾ ਖਾ ਕੇ ਪਲੇ ਹੋਏ ਆ, ਉਹ ਲੋਕ ਕਦੇ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੁੰਦੇ। ਕੋਈ ਮੌਕਾ ਅਜਿਹਾ ਜ਼ਰੂਰ ਆਉਂਦਾ ਆ, ਫਿਰ ਪਤਾ ਲੱਗਦਾ ਆ ਕਿ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਕੀਤੀਆਂ ਸੀਗੀਆਂ ਉਸ ਦਾ ਸਿਲਾ ਵੀ ਜਦੋਂ ਤੁਹਾਨੂੰ ਇੱਥੇ ਮਿਲੂਗਾ ਉਦੋਂ ਤੁਹਾਨੂੰ ਪਤਾ ਲੱਗੂਗਾ। ਇਸ ਕਰਕੇ ਬਚਣਾ ਚਾਹੀਦਾ ਆ ਇਹੋ ਜਿਹੀਆਂ
ਹਰਕਤਾਂ ਤੋਂ, ਅਜਿਹੀਆਂ ਚੀਜ਼ਾਂ ਤੋਂ ਜੋ ਸਮਾਜ ਦੇ ਵਿੱਚ ਵੱਡਾ ਵਕਾਰ ਪੈਦਾ ਕਰਦੀਆਂ ਹੋਣ। ਹੁਣ ਆਉਂਦੇ ਜੀ ਅਗਲੀ ਖਬਰ ਵਾਲੇ ਪਾਸੇ। ਪੰਜਾਬ ਦੇ ਵਿੱਚ ਨਕਲੀ ਸ਼ਰਾਬ ਪੀਣ ਦੇ ਨਾਲ 852 ਮੌਤਾਂ ਦਾ ਅੰਕੜਾ ਸਾਹਮਣੇ ਆਇਆ। ਹੈਰਾਨ ਕਰ ਦੇਣ ਵਾਲਾ ਨਕਲੀ ਸ਼ਰਾਬ ਪੀਣ ਨਾਲ। ਹਾਲਾਂਕਿ ਅਸੀਂ ਦੇਖਿਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਸੀਗੀ ਤਾਂ ਉਸ ਵੇਲੇ 2020 ਦੇ ਵਿੱਚ ਵਾਕਿਆ ਆਇਆ ਕਿ ਮਾਝੇ ਦੇ ਵਿੱਚ ਨਕਲੀ ਸ਼ਰਾਬ ਪੀਣ ਦੇ ਨਾਲ ਮੌਤਾਂ ਹੋਈਆਂ ਸੀਗੀਆਂ। ਮੈਂ ਇੱਥੇ ਦੱਸ ਦੇਣਾ ਚਾਹੂੰਗਾ ਕਿ ਆਮ ਤੌਰ ਦੇ ਉੱਤੇ ਨਾ ਠੇਕੇ ਤਾਂ ਖੁੱਲ੍ਹੇ, ਅੰਗਰੇਜ਼ੀ ਸ਼ਰਾਬ, ਦੇਸੀ ਸ਼ਰਾਬ, ਅਤੇ ਦੇਸੀ ਸ਼ਰਾਬ ਦੇ ਜਿਹੜੇ ਬਹੁਤੇ ਠੇਕੇ ਇਹੋ ਜਿਹੀਆਂ ਥਾਵਾਂ ਦੇ ਉੱਤੇ ਖੁੱਲ੍ਹੇ ਸੀਗੇ, ਗਲੀਆਂ ਚੁਰਾਹਿਆਂ ਮੋੜਾਂ ਦੇ ਉੱਤੇ, ਓਹਲਿਆਂ ਦੇ ਵਿੱਚ, ਨਹਿਰਾਂ ਦੇ ਕੰਢਿਆਂ ਦੇ ਉੱਤੇ। ਉੱਥੇ ਜਿਹੜੇ ਠੇਕੇਦਾਰ ਸੀਗੇ, ਜਿਹੜੇ ਠੇਕਾ ਉੱਥੇ ਚਲਾ ਰਹੇ ਸੀਗੇ, ਜਿਹੜੇ ਅੰਦਰ ਕਰਿੰਦੇ ਸੀਗੇ, ਉਹਨਾਂ ਦੀਆਂ ਹਰਕਤਾਂ ਵੀ ਪਤਾ ਲੱਗਦੀਆਂ ਸੀਗੀਆਂ ਕਿ ਬਹੁਤੀ ਵਾਰੀ ਇਹੋ ਜਿਹੇ ਲੋਕਾਂ ਨੇ ਜਿਹੜੀਆਂ ਸ਼ਰਾਬਾਂ ਉੱਥੇ ਵੇਚੀਆਂ ਨਾ, ਤਾਂ ਉਹ ਨਕਲੀ ਬਣਾ ਕੇ ਭੇਜੀਆਂ। ਔਰ ਇੱਕ ਵੇਲਾ ਇਹ ਵੀ ਸੀ ਪੰਜਾਬ ਦੇ ਵਿੱਚ, ਅਸੀਂ ਉਹ ਦੌਰ ਵੀ ਦੇਖਿਆ ਆ ਕਿ ਜਿਸ ਦੌਰ ਦੇ ਵਿੱਚ ਸ਼ਰਾਬ ਦੇ ਵਿੱਚ ਕੈਪਸੂਲ ਪਾ ਕੇ ਸ਼ਰਾਬ ਵੇਚੀ ਜਾਂਦੀ ਹੁੰਦੀ ਸੀ ਵੀ ਹੋਰ ਤੇਜ਼ ਹੋ ਜੂਗੀ। ਬਹੁਤ ਲੋਕ ਤੇਜ਼ ਸ਼ਰਾਬ ਪੀਣ ਦੀ ਖਾਤਰ ਇਹੋ ਜਿਹੀਆਂ ਹਰਕਤਾਂ ਕਰਦੇ ਰਹੇ ਨੇ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਨਕਲੀ ਜਿਹੜੀ ਸ਼ਰਾਬ ਆ ਉਹ ਇੰਨੇ ਇੱਕ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਨਿਕਲੀ ਆ, ਅਤੇ ਫਿਰ ਜਦੋਂ ਲੋਕ ਉਹਨੂੰ ਪੀਂਦੇ ਆ ਤਾਂ ਫਿਰ ਉਹ ਮਰਦੇ ਆ। ਪਿੱਛੇ ਜੇ ਬਿਹਾਰ ਦੇ ਵਿੱਚ ਵੀ ਇਹ ਕਾਂਡ ਸਾਹਮਣੇ ਆਇਆ ਤਾਂ ਨਤੀਸ਼ ਕੁਮਾਰ ਹੋਰਾਂ ਨੇ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ। ਅਤੇ ਇੱਥੇ ਪੰਜਾਬ ਦੇ ਵਿੱਚ ਤਾਂ ਇਹ ਗੱਲ ਬੜੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਔਰ ਕਾਂਗਰਸ ਸਰਕਾਰ ਨੂੰ ਘੇਰਿਆ ਸੀ ਵਿਰੋਧੀ ਪਾਰਟੀਆਂ ਨੇ ਵੀ ਤੁਹਾਡੇ ਰਾਜਕਾਲ ਦੇ ਵਿੱਚ ਜਿਹੜੇ ਨੇ ਇੰਨੇ ਲੋਕ ਨਕਲੀ ਸ਼ਰਾਬ ਪੀ ਕੇ ਮਰ ਗਏ ਨੇ। ਇਹ ਨਕਲੀ ਸ਼ਰਾਬ ਦਾ ਧੰਦਾ ਜਿਹੜਾ ਆ ਉਹ ਬਾਦਸਤੂਰ ਜਾਰੀ ਆ। ਇਸ ਦੇ ਉੱਤੇ ਕੋਈ ਵੀ ਜਿਹੜੀ ਪਾਬੰਦੀ ਹੈ ਉਹ ਲੱਗੀ ਨਹੀਂ ਚਾਹੀਦੀ ਸੀ, ਪਰ ਕੀ ਆਖੀਏ ਵੀ ਲੱਗ ਨਹੀਂ ਰਹੀ ਪਾਬੰਦੀ। ਔਰ ਇਸ ਕਰਕੇ ਦੇਸ਼ ਦੇ ਵਿੱਚ ਜਿਹੜੇ ਨੇ ਉਹ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਨੇ ਉਹ ਹੋਈਆਂ ਨੇ। ਇੱਥੇ ਮੈਂ ਥੋੜ੍ਹਾ ਜਿਹਾ ਅੰਕੜਿਆਂ ਦਾ ਜਿਹੜਾ ਆ ਉਹ ਜ਼ਿਕਰ ਕਰ ਲੈਣਾ ਚਾਹੂੰਗਾ। ਭਾਰਤ ਵਿੱਚ ਨਕਲੀ ਸ਼ਰਾਬ ਦੇ ਸੇਵਨ ਕਾਰਨ ਪਿਛਲੇ 6 ਸਾਲਾਂ ਵਿੱਚ ਲਗਭਗ 7000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ, ਅਤੇ ਮੌਤ ਦੇ ਜਿਹੜੇ ਸਭ ਤੋਂ ਵੱਧ ਮਾਮਲੇ ਆਏ ਆ ਉਹ ਮੱਧ ਪ੍ਰਦੇਸ਼, ਕਰਨਾਟਕ ਅਤੇ ਪੰਜਾਬ ਵਿੱਚ ਦਰਜ ਕੀਤੇ ਗਏ ਆ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਬਿਊਰੋ ਯਾਨੀ ਕਿ NCRB ਦੇ ਅੰਕੜਿਆਂ ਤੋਂ ਮਿਲੀ ਹੈ। ਦੱਸ ਦਈਏ ਕਿ ਬਿਹਾਰ ਵਿੱਚ ਨਕਲੀ ਸ਼ਰਾਬ ਪੀਣ ਨਾਲ ਪਿਛਲੇ 2-3 ਦਿਨਾਂ ਦੇ ਵਿੱਚ ਜੋ ਆ 30 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਅਤੇ ਸੂਬੇ ਵਿੱਚ 2016 ਤੋਂ ਹਾਲਾਂਕਿ ਪਾਬੰਦੀ ਦੇ ਬਾਵਜੂਦ ਆਹ ਹਾਲ ਆ। ਪਾਬੰਦੀ ਦੇ ਬਾਵਜੂਦ ਵੀ ਉੱਥੇ ਨਕਲੀ ਸ਼ਰਾਬ ਜਿਹੜੀ ਹੈ ਉਹ ਬਣਾਉਣੀ ਜਾ ਰਹੀ ਹੈ, ਉਹ ਵਿਕ ਰਹੀ ਹੈ, ਲੋਕ ਪੀਂਦੇ ਆ, ਲੋਕ ਮਰ ਜਾਂਦੇ ਆ। NCRB ਦੇ ਅੰਕੜਿਆਂ ਦੇ ਅਨੁਸਾਰ ਸਾਲ 2016 ਦੇ ਵਿੱਚ ਦੇਸ਼ ਵਿੱਚ ਨਕਲੀ ਸ਼ਰਾਬ ਦੀ ਵਰਤੋਂ ਕਰਨ ਨਾਲ 1054 ਮਾਮਲੇ ਸਾਹਮਣੇ ਆਏ, ਜਦੋਂ ਕਿ ਸਾਲ 2017 ਵਿੱਚ 1510, ਸਾਲ 2018 ਵਿੱਚ 1365, ਸਾਲ 2019 ਵਿੱਚ 1296 ਅਤੇ 947 ਲੋਕਾਂ ਦੀ ਮੌਤ ਹੋਈ ਹੈ। ਤਾਂ ਇੱਥੇ ਗੱਲ ਕਰ ਲੈਂਦੇ ਹਾਂ ਸਾਲ 2020 ਦੇ ਅੰਕੜਿਆਂ ਦੇ ਮੁਤਾਬਕ 2021 ਦੇ ਵਿੱਚ ਜਿਹੜਾ ਇਹ ਪੱਖ ਸਾਹਮਣੇ ਆਇਆ ਸੀਗਾ, ਉਦੋਂ ਇਹ ਹੋਇਆ ਸੀਗਾ ਕਿ ਨਕਲੀ ਸ਼ਰਾਬ ਦੀ ਵਰਤੋਂ ਨਾਲ 782 ਲੋਕਾਂ ਦੀ ਮੌਤ ਹੋਈ ਆ। ਇਸ ਸਮੇਂ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 137 ਹੈ, ਪੰਜਾਬ ਦੇ ਵਿੱਚ 127 ਹੈ, ਅਤੇ ਮੱਧ ਪ੍ਰਦੇਸ਼ ਦੇ ਵਿੱਚ 108 ਮੌਤਾਂ ਹੋਈਆਂ। 2016 ਤੋਂ 2021 ਤੱਕ ਦੇ ਡਾਟੇ ਦੀ ਗੱਲ ਕੀਤੀ ਜਾਵੇ ਤਾਂ 6 ਸਾਲਾਂ ਦੀ ਮਿਆਦ ਵਿੱਚ ਨਕਲੀ ਸ਼ਰਾਬ ਨੇ ਭਾਰਤ ਵਿੱਚ ਕੁੱਲ 6954 ਲੋਕਾਂ ਦੀ ਮੌਤ ਹੋਈ ਹੈ। ਇਸ ਲਿਹਾਜ਼ ਨਾਲ ਦੇਸ਼ ਵਿੱਚ ਹਰ ਰੋਜ਼ ਔਸਤਨ 3 ਤੋਂ ਵੱਧ ਲੋਕ ਜਿਹੜੇ ਨੇ ਸ਼ਰਾਬ ਦੀ ਵਰਤੋਂ ਯਾਨੀ ਕਿ ਨਕਲੀ ਸ਼ਰਾਬ ਦੀ ਵਰਤੋਂ ਕਰਕੇ ਮਰੇ ਨੇ। ਅੰਕੜੇ ਮੁਤਾਬਕ 2016 ਤੋਂ 2021 ਦਰਮਿਆਨ ਸਭ ਤੋਂ ਵੱਧ 1322 ਮੌਤਾਂ ਮੱਧ ਪ੍ਰਦੇਸ਼ ਵਿੱਚ ਹੋਈਆਂ ਨੇ, ਜਦੋਂ ਕਿ ਇਸ ਸਮੇਂ ਦੌਰਾਨ ਕਰਨਾਟਕ ਵਿੱਚ 1013 ਅਤੇ ਪੰਜਾਬ ਦੇ ਵਿੱਚ 852 ਮੌਤਾਂ ਹੋਈਆਂ ਨੇ। ਲੋਕ ਸਭਾ ਦੇ ਵਿੱਚ ਮੁੱਦਾ ਉੱਠਿਆ ਹੈ। 19 ਜੁਲਾਈ 2012 ਨੂੰ ਲੋਕ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੇ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 2016 ਤੋਂ 2020 ਤੱਕ ਦੇ NCRB ਦੇ ਅੰਕੜੇ ਪੇਸ਼ ਕੀਤੇ। ਹੁਣ ਇਹਨਾਂ ਅੰਕੜਿਆਂ ਦੇ ਅਨੁਸਾਰ 2016 ਤੋਂ 2021 ਦਰਮਿਆਨ ਉੱਤਰ ਪ੍ਰਦੇਸ਼ ਵਿੱਚ 462, ਰਾਜਸਥਾਨ ਦੇ ਵਿੱਚ 330, ਝਾਰਖੰਡ ਵਿੱਚ 487, ਹਿਮਾਚਲ ਵਿੱਚ 234, ਹਰਿਆਣੇ ਵਿੱਚ 499, ਗੁਜਰਾਤ ਵਿੱਚ 54,
ਛੱਤੀਸਗੜ੍ਹ ਦੇ ਵਿੱਚ 535, ਬਿਹਾਰ ਵਿੱਚ 235 ਨਕਲੀ ਸ਼ਰਾਬ ਦੇ ਮਾਮਲੇ ਸਾਹਮਣੇ ਆਏ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇਹੀ ਮਾਮਲੇ ਸੀਗੇ 293। ਪੱਛਮੀ ਬੰਗਾਲ ਵਿੱਚ 24 ਲੋਕਾਂ ਦੀ ਮੌਤ ਹੋਈ। ਇਸ ਸਮੇਂ ਦੌਰਾਨ ਨਕਲੀ ਸ਼ਰਾਬ ਨੇ ਪਾਂਡੂਚੇਰੀ ਦੇ ਵਿੱਚ 172 ਤੇ ਦਿੱਲੀ ਦੇ ਵਿੱਚ 116 ਲੋਕਾਂ ਦੀ ਜਾਨ ਲੈ ਲਈ। ਹੁਣ ਇਹਨਾਂ ਦਿਨਾਂ 'ਚ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 39 ਲੋਕਾਂ ਦੀ ਮੌਤ ਹੋਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਟਿੱਪਣੀ ਇਸ ਤੇ ਹੈਰਾਨ ਕਰ ਦੇਣ ਵਾਲੀ ਹੈ। ਨਿਤੀਸ਼ ਨੇ ਵਿਧਾਨ ਸਭਾ ਵਿੱਚ ਕਿਹਾ ਹੈ ਕਿ ਜਿਹੜਾ ਨਕਲੀ ਸ਼ਰਾਬ ਪੀਵੇਗਾ ਉਹ ਤਾਂ ਮਰੇਗਾ ਹੀ, ਲੋਕਾਂ ਨੂੰ ਖੁਦ ਸੁਚੇਤ ਰਹਿਣਾ ਚਾਹੀਦਾ ਹੈ। ਨਿਤੀਸ਼ ਨੇ ਇਹ ਵੀ ਕਿਹਾ ਜਦੋਂ ਬਿਹਾਰ ਵਿੱਚ ਸ਼ਰਾਬਬੰਦੀ ਨਹੀਂ ਸੀ ਤਾਂ ਵੀ ਲੋਕ ਨਕਲੀ ਸ਼ਰਾਬ ਪੀ ਕੇ ਮਰ ਜਾਂਦੇ ਸਨ। ਕੋਈ ਨਕਲੀ ਸ਼ਰਾਬ ਪੀਣ ਵਾਲਿਆਂ ਨੂੰ ਸਹੀ ਨਹੀਂ ਠਹਿਰਾ ਸਕਦਾ, ਪਰ ਸਵਾਲ ਇਹ ਹੈ ਕਿ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਦੀ ਪਾਬੰਦੀ ਕੀ ਕਹਿੰਦੀ? ਜੇ ਪਾਬੰਦੀ ਹੈ ਤਾਂ ਫਿਰ ਨਿਕਲ ਕਿਉਂ ਰਹੀ ਹੈ? ਜੇ ਮਤਲਬ ਨਿਕਲ ਰਹੀ ਹੈ ਤਾਂ ਮਤਲਬ ਕੋਈ ਪਾਬੰਦੀ ਵਾਲੀ ਗੱਲ ਹੀ ਨਹੀਂ ਉੱਥੇ ਰਹੇਗੀ। ਇਸ ਕਰਕੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਵੇਂ ਦਾਅਵੇ ਕਰਦੀਆਂ ਨੇ ਉਹਨਾਂ ਦਾਅਵਿਆਂ ਉੱਤੇ ਪੂਰੀਆਂ ਵੀ ਉਤਰਨ। ਇਹੋ ਜਿਹੇ ਨਸ਼ਾ ਤਸਕਰਾਂ ਨੂੰ, ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਘਟੀਆ ਲੋਕਾਂ ਨੂੰ ਕਹਾਂਗੇ ਜਿਹੜੇ ਸਮਾਜ ਦੇ ਵਿੱਚ ਇਸ ਤਰੀਕੇ ਦਾ ਪ੍ਰਦੂਸ਼ਣ, ਗੰਦਗੀ ਫੈਲਾ ਰਿਹਾ, ਇਹਨਾਂ ਦਾ ਖਾਤਮਾ ਵੀ ਜ਼ਰੂਰੀ ਹੈ, ਇਹਨਾਂ ਦੀ ਪਾਬੰਦੀ ਵੀ ਜ਼ਰੂਰੀ ਹੈ। ਇਹ ਹੋਣਾ ਚਾਹੀਦਾ ਹੈ। ਮਾਰਾਂ ਦੇ ਸ਼ਰਾਬਬੰਦੀ ਬਾਰੇ ਵਿਚਾਰ ਥੋੜ੍ਹੇ ਜਿਹੇ ਉਹਨਾਂ 'ਤੇ ਜ਼ਿਕਰ ਕਰ ਲੈਂਦੇ ਹਾਂ। ਕੁਝ ਮਾਹਰਾਂ ਦੇ ਅਨੁਸਾਰ ਸ਼ਰਾਬ ਇੱਕ ਨਸ਼ਾ ਤੇ ਇਸ 'ਤੇ ਮੁਕੰਮਲ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਦੂਸਰੇ ਪਾਸੇ ਇਹ ਦੱਸਿਆ ਜਾਂਦਾ ਕਿ ਸ਼ਰਾਬਬੰਦੀ ਦੁਨੀਆ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਈ। ਤੁਹਾਨੂੰ ਇਹ ਵੀ ਹੈਰਾਨ ਕਰ ਦੇਣੀ ਗੱਲ, ਦੁਨੀਆ ਭਰ ਦੇ ਵਿੱਚ ਸ਼ਰਾਬਬੰਦੀ ਕਦੇ ਕਾਮਯਾਬ ਨਹੀਂ ਹੋਈ। ਜਰਾ ਕੁ ਉਹਨਾਂ ਅੰਕੜਿਆਂ 'ਤੇ ਨਿਗਾਹ ਮਾਰ ਲੈਣੇ ਜਿਹੜੇ ਹੈਰਾਨ ਕਰ ਦੇਣ ਵਾਲੇ ਆ। ਸੁਣਿਓ ਜ਼ਰੂਰ ਇਸ ਗੱਲ ਨੂੰ ਕਿ ਦੁਨੀਆ ਵਿੱਚ ਸਭ ਤੋਂ ਵੱਡੀ ਸ਼ਰਾਬਬੰਦੀ 1920 ਵਿੱਚ ਅਮਰੀਕਾ ਵਿੱਚ ਸੰਵਿਧਾਨਕ ਸੋਧ ਕਰਕੇ ਲਾਗੂ ਕੀਤੀ ਗਈ ਸੀ, ਜਿਹੜੀ 1933 ਤੱਕ ਜਾਰੀ ਰਹੀ। ਤੇ ਸ਼ਰਾਬਬੰਦੀ ਹੋਣ ਕਰਕੇ 1920ਵਿਆਂ ਵਿੱਚ ਸ਼ਹਿਰਾਂ ਵਿੱਚ ਸ਼ਰਾਬ ਤੇ ਬੀਅਰ ਮੁਹੱਈਆ ਕਰਵਾਉਣ ਲਈ ਵੱਡੇ ਵੱਡੇ ਗੈਂਗ ਜਿਹੜੇ ਸੀ ਉਹ ਹੋਂਦ ਵਿੱਚ ਆਏ। ਸ਼ਰਾਬ ਮਾਫੀਆ ਪੈਦਾ ਹੋਇਆ। ਅਮਰੀਕਾ ਵਿੱਚ ਸਮੇਂ-ਸਮੇਂ ਸ਼ਰਾਬ 'ਤੇ ਪਾਬੰਦੀ ਲਗਾਉਣ ਲਈ ਮੁਹਿੰਮ ਜਿਹੜੀ ਸੀ ਉਹ ਚਲਾਈਆਂ ਗਈਆਂ ਸਨ। 1826 ਵਿੱਚ ਅਮਰੀਕਨ ਟੈਂਪਰੇਟ ਸੁਸਾਇਟੀ ਹੋਂਦ ਵਿੱਚ ਆਈ। ਇਸ ਨੂੰ ਕਦੇ ਈਸਾਈ ਧਾਰਮਿਕ ਫਿਰਕਿਆਂ ਦੀ ਹਮਾਇਤ ਹਾਸਲ ਸੀ। ਔਰਤਾਂ ਨੇ ਯੂਨੀਅਨ ਬਣਾ ਕੇ ਸ਼ਰਾਬ ਬੰਦ ਕਰਵਾਉਣ ਲਈ ਲਾਮਬੰਦੀ ਕੀਤੀ ਤੇ ਅਮਰੀਕਾ ਵਿੱਚ ਸ਼ਰਾਬਬੰਦੀ ਤੇ ਹੋਏ ਨੁਕਸਾਨ ਸ਼ਰਾਬ ਪੀਣ ਨਾਲ ਹੁੰਦੇ ਨੁਕਸਾਨਾਂ ਤੋਂ ਕਿਤੇ ਵੱਡੇ ਸਨ। ਇਤਿਹਾਸਕਾਰਾਂ ਅਨੁਸਾਰ ਸ਼ਰਾਬਬੰਦੀ ਦੇ ਪਹਿਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਸ਼ਰਾਬ ਦੀ ਖਪਤ ਪਹਿਲਾਂ ਹੁੰਦੀ ਖਪਤ ਦਾ 30% ਰਹਿ ਗਈ, ਪਰ ਬਾਅਦ ਵਿੱਚ ਗੈਰ ਕਾਨੂੰਨੀ ਸ਼ਰਾਬ ਪੀਣ ਦਾ ਰੁਝਾਨ ਵਧਿਆ ਤੇ ਇਸ ਦੀ ਜਿਹੜੀ ਖਪਤ ਸੀ 60% ਦੀ ਪੱਧਰ ਤੇ ਆ ਗਈ ਤੇ ਇਸ ਦੇ ਨਾਲ ਹੀ ਗੈਂਗਾਂ, ਮਾਫੀਆ, ਵੇਸ਼ਵਾਗਮਨੀ, ਜੂਏਬਾਜ਼ੀ ਅਤੇ ਹੋਰ ਅਪਰਾਧਾਂ ਦੇ ਵਿੱਚ ਵੱਡਾ ਵਾਧਾ ਹੋਇਆ। ਗੈਰ ਕਾਨੂੰਨੀ ਤੌਰ ਤੇ ਸ਼ਰਾਬ ਵੇਚਣਾ ਵੱਡਾ ਧੰਦਾ ਬਣ ਗਿਆ। ਸ਼ਰਾਬਬੰਦੀ ਲਾਗੂ ਕਰਨ ਨਾਲ ਰਿਆਸਤ ਸਟੇਟ ਦੇ ਲੋਕਾਂ ਦੀ ਜੋ ਜ਼ਿੰਦਗੀ ਸੀ ਤੇ ਜਿਹੜੀ ਪਕੜ ਮਜ਼ਬੂਤ ਹੋਈ ਤੇ ਪੁਲਿਸ ਦੀਆਂ ਜਿਹੜੀਆਂ ਤਾਕਤਾਂ ਸੀ ਉਹ ਵਧੀਆਂ। ਜ਼ਿਆਦਾ ਅਲਕੋਹਲ ਵਾਲੀ ਸ਼ਰਾਬ ਜਿਹੜੀ ਸੀਗੀ ਦਾ ਗੈਰ ਕਾਨੂੰਨੀ ਉਤਪਾਦਨ ਵੱਡੀ ਪੱਧਰ ਤੇ ਵਧਿਆ ਤੇ 1933 ਵਿੱਚ ਫਿਰ ਸੰਵਿਧਾਨਕ ਸੋਧ ਕਰਕੇ ਸ਼ਰਾਬਬੰਦੀ ਖਤਮ ਕਰ ਦਿੱਤੀ ਗਈ। ਇਸ ਤਰ੍ਹਾਂ ਅਮਰੀਕਾ ਜਿਹੀ ਤਾਕਤਵਰ ਰਿਆਸਤ ਸਰਕਾਰ ਵੀ ਸ਼ਰਾਬਬੰਦੀ ਨਹੀਂ ਕਰਵਾ ਸਕੀ। ਇੱਥੇ ਵੀ ਨਹੀਂ ਹੋਣਗੀ। ਇੱਥੇ ਤਾਂ ਸਾਡੇ ਪੰਜਾਬੀ ਪਹਿਲਾਂ ਹੀ ਪਿਆਕੜ ਤਕੜੇ ਆ, ਪਹਿਲਾਂ ਹੀ ਨਹੀਂ ਇਹ ਛੱਡਦੇ, ਨਾ ਵਿਆਹਾਂ 'ਚ ਛੱਡਣ, ਨਾ ਕਿਸੇ ਖੁਸ਼ੀ ਦੇ ਮੌਕੇ ਛੱਡਣ, ਤੇ ਡਰਾਮੇ ਇਹਨਾਂ ਨੇ ਪਾਉਣੇ ਆ। ਜਿੰਨਾ ਮਰਜ਼ੀ ਆਪਦੇ ਆਪ ਨੂੰ ਇਹ ਸੁਹਿਰਦ ਬੁੱਧੀ ਜੀਵ ਤੇ ਸਿਆਣੇ ਕਹਿੰਦੇ ਹੋਣ, ਪਰ ਪੀਣ ਵਾਲੇ ਮਾਮਲੇ ਦੇ ਵਿੱਚ ਇਸ ਗੱਲੋਂ ਸਿਰੇ ਦੇ ਨਲਾਇਕ ਆ। ਤੇ ਕੁਝ ਮਾਹਰਾਂ ਅਨੁਸਾਰ ਖਾਣ ਪੀਣ ਦੀਆਂ ਜਿਹੜੀਆਂ ਵਸਤਾਂ ਮਨੁੱਖੀ ਵਿਕਾਸ ਦੇ ਦੌਰਾਨ ਹੋਂਦ ਵਿੱਚ ਆਈਆਂ ਉਹ ਤਾਂ ਹੀ ਮਨੁੱਖੀ ਭੋਜਨ ਦਾ ਹਿੱਸਾ ਬਣਦੀਆਂ ਆ ਜੇ ਉਹਨਾਂ ਦੀ ਖਪਤ ਵਿੱਚ ਮਨੁੱਖੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦਾ ਗੁਣ ਜ਼ਿਆਦਾ ਹੋਵੇ। ਇਸ ਦ੍ਰਿਸ਼ਟੀਕੋਣ ਅਨੁਸਾਰ ਮਨੁੱਖ ਆਪਣੇ ਵਿਕਾਸਪੰਥ 'ਤੇ ਚੱਲਦਿਆਂ ਉਹਨਾਂ ਖੁਰਾਕਾਂ ਜਿਹੜੀਆਂ ਉਸ ਲਈ ਨੁਕਸਾਨਦੇਹ ਹੋਣ ਨੂੰ ਨਕਾਰ ਦਿੰਦਾ ਆ। ਸ਼ਰਾਬ ਸਦੀਆਂ ਤੋਂ ਮਨੁੱਖੀ ਖੁਰਾਕ ਦਾ ਹਿੱਸਾ ਰਹੀ ਆ। ਇਹ ਦਵਾਈਆਂ ਬਣਾਉਣ ਵਿੱਚ ਕੰਮ ਆਉਂਦੀ ਰਹੀ ਆ। ਕਈ ਧਾਰਮਿਕ ਫਿਰਕੇ ਇਸ ਨੂੰ ਧਾਰਮਿਕ ਰਹੁ ਰੀਤੀਆਂ ਵਿੱਚ ਇਸਤੇਮਾਲ ਕਰਦੇ ਨੇ। ਇਸ ਤਰ੍ਹਾਂ ਇਹ ਉਹ ਨਸ਼ਾ ਆ ਜੋ ਸਮਾਜਿਕ ਤੌਰ 'ਤੇ ਸਵੀਕਾਰ ਕੀਤਾ ਜਾਂਦਾ। ਇਸ 'ਤੇ ਪਾਬੰਦੀਆਂ ਲਗਾਉਣ ਦਾ ਰੁਝਾਨ ਧਾਰਮਿਕ ਕੱਟੜਤਾ ਵਿੱਚੋਂ ਪੈਦਾ ਹੁੰਦਾ ਆ। ਸ਼ਰਾਬ ਪੀਣੀ ਸਿਹਤ ਲਈ ਨੁਕਸਾਨਦਾਇਕ ਹੈ, ਪਰ ਇਸ ਦਾ ਇਲਾਜ ਇਸ 'ਤੇ ਪਾਬੰਦੀਆਂ ਲਗਾਉਣਾ ਨਹੀਂ ਹੈ। ਇਸ ਤਰਕ ਅਨੁਸਾਰ ਜਿਹੜੇ ਆ ਪਾਬੰਦੀ ਜਿਹੜੀ ਲਾਉਣੀ ਚਾਹੀਦੀ ਆ ਉਸ ਦੇ ਬਾਰੇ ਸਰਕਾਰਾਂ ਨੂੰ ਠੋਸ ਨੀਤੀ ਅਪਣਾਉਣੀ ਪਊਗੀ। ਜੇ ਪੀਣ ਪਿਆਉਣ ਵਾਲੀ ਗੱਲ ਹੀ ਹੈ, ਜੇ ਨਹੀਂ ਮੁੱਕਣਾ ਇਹ ਜੱਬ ਤਾਂ ਫਿਰ ਤੌਰ ਤਰੀਕਾ ਇਸ ਤਰੀਕੇ ਦਾ ਹੋਣਾ ਚਾਹੀਦਾ ਆ। ਸਸਤੀ ਇੰਨੀ ਕੁ ਹੋਣੀ ਚਾਹੀਦੀ ਆ ਕਿ ਲੋਕਾਂ ਨੂੰ ਇੱਕ ਲਿਮਟ ਵੀ ਜਿਹੜੀ ਆ ਉਹ ਕਾਇਮ ਰੱਖਣੀ ਚਾਹੀਦੀ ਆ। ਪਰ ਹੱਦੋਂ ਵੱਧ ਜਿਹੜੇ ਪੀਣ ਵਾਲੇ ਆ
ਉਹ ਆਪਣਾ ਨੁਕਸਾਨ ਤਾਂ ਕਰਦੇ ਹੀ ਆ, ਪਰਿਵਾਰ ਦੇ ਲਈ ਵੀ ਇਹੋ ਜਿਹੀ ਡੂੰਘੀ ਖਾਈ ਪੱਟ ਜਾਂਦੇ ਆ ਕਿ ਮੁੜ ਕੇ ਪਰਿਵਾਰ ਜਿਹੜਾ ਮਗਰ ਵਿਲਕਦਾ ਰਹਿ ਜਾਂਦਾ। ਇਸ ਕਰਕੇ ਸ਼ਰਾਬ ਪੀਣ ਵਾਲਿਓ ਜਰਾ ਆਪ ਵੀ ਕੰਟਰੋਲ ਕਰੋ। ਸ਼ਰਾਬਬੰਦੀ ਦੇ ਮਾਮਲੇ ਦੇ ਵਿੱਚ ਸਰਕਾਰਾਂ ਨੂੰ ਜਿਹੜੀਆਂ ਇਹ ਨੀਤੀਆਂ ਜ਼ਰੂਰ ਬਣਾਉਣੀਆਂ ਪੈਣੀਆਂ ਆ, ਤਾਂ ਕਿ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਅੰਕੜਿਆਂ ਦੇ ਵਿੱਚ ਵਾਧਾ ਨਾ ਹੋਵੇ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।